morning students. Today we do next chapter consumers equilibrium. Consumers equilibrium means ਇੱਕ ਉਪਭੋਗਤਾ ਦਾ ਸੰਤੁਲਨ ਕਿੱਥੇ ਹੁੰਦਾ ਹੈ। ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਇਹ ਦੇਖਾਂਗੇ who is a consumer. ਕੰਜ਼ਿਊਮਰ ਕੌਣ ਹੁੰਦਾ? ਕੰਜ਼ਿਊਮਰ ਇੱਕ ਉਹ ਇਕਨੋਮਿਕ ਏਜੰਟ ਹੈ ਜੋ ਚੀਜ਼ਾਂ ਵਸਤੂਆਂ ਤਾਂ ਜਾਂ ਸੇਵਾਵਾਂ ਨੂੰ ਯੂਜ਼ ਕਰਦਾ, ਉਹਨਾਂ ਦਾ ਉਪਯੋਗ ਕਰਦਾ ਆਪਣੀ ਡਾਇਰੈਕਟ ਸੈਟਿਸਫੈਕਸ਼ਨ ਦੇ ਲਈ, ਆਪਣੇ ਸਿੱਧੇ ਪ੍ਰਤੱਖ ਤੌਰ ਤੇ ਸੰਤੁਸ਼ਟੀ ਪ੍ਰਾਪਤ ਕਰਨ ਦੇ ਲਈ ਗੁੱਡਸ ਤੇ ਸਰਵਿਸਿਜ਼ ਨੂੰ ਕੀ ਕਰਦਾ, ਉਹ ਯੂਜ਼ ਕਰਦਾ। ਜਨਰਲੀ ਐਨ ਇੰਡੀਵਿਜੂਅਲ ਇਜ਼ ਕਾਲਡ ਕੰਜ਼ਿਊਮਰ। ਇੱਕ ਆਪਾਂ ਆਮ ਭਾਸ਼ਾ ਦੇ ਵਿੱਚ, ਆਮ ਲੈਂਗੁਏਜ ਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਇੱਕ ਵਿਅਕਤੀ ਕੀ ਹੈ, ਇੱਕ ਕੰਜ਼ਿਊਮਰ ਹੈ। ਬਟ ਇਨ ਪ੍ਰੈਕਟਿਸ ਦਾ ਟਰਮ ਦਾ ਕੰਜ਼ਿਊਮਰ ਇਜ਼ ਯੂਜ਼ਡ ਫॉर द ਇੰਸਟੀਟਿਊਸ਼ਨਸ, ਇੰਡੀਵਿਜੂਅਲਸ ਔਰ ਗਰੁੱਪ ਇੰਡੀਵਿਜੂਅਲਸ ਔਰ ਹਾਊਸਹੋਲਡਸ। ਪਰ ਇਕਨੋਮਿਕਸ ਦੇ ਟਰਮ ਦੇ ਵਿੱਚ ਆਪਾਂ ਕੀ ਕਹਿ ਸਕਦੇ ਹਾਂ ਕਿ ਜਿਹੜਾ ਕੰਜ਼ਿਊਮਰ ਹੈ ਕੋਈ ਵੀ ਇੰਸਟੀਟਿਊਸ਼ਨ ਹੋ ਸਕਦਾ, ਕੋਈ ਵੀ ਵਿਅਕਤੀ ਹੋ ਸਕਦਾ, ਕੋਈ ਵੀ ਗਰੁੱਪ ਹੋ ਸਕਦੇ, ਇੰਡੀਵਿਜੂਅਲਸ ਦੇ ਜਾਂ ਹਾਊਸਹੋਲਡ ਵੀ ਹੋ ਸਕਦੇ ਨੇ। ਠੀਕ ਹੈ। ਦ ਕੰਜ਼ਿਊਮਰਸ ਬਿਹੇਵੀਅਰ ਮੀਨਸ, ਕੰਜ਼ਿਊਮਰ ਦੇ ਵਿਵਹਾਰ ਤੋਂ ਕੀ ਭਾਵ ਹੈ, ਦਾ ਵੇ ਇਨ ਵਿਚ ਕੰਜ਼ਿਊਮਰ ਸਪੈਂਡ ਦੇਅਰ ਇਨਕਮ, ਕਿ ਉਹ ਕਿਸ ਤਰੀਕੇ ਨਾਲ ਆਪਣੀ ਆਮਦਨ ਨੂੰ ਖਰਚ ਕਰਦਾ। ਉਹ ਕਿਹਦੇ 'ਚ ਆ ਜਾਂਦਾ, ਉਪਭੋਗਤਾ ਦੇ ਵਿਵਹਾਰ ਦੇ ਵਿੱਚ। ਤਾਂ ਕੰਜ਼ਿਊਮਰ ਚੂਜ਼ਿਜ਼ ਹਿਜ਼ ਐਕਸਪੈਂਡੀਚਰਸ। ਕੰਜ਼ਿਊਮਰ ਸਭ ਤੋਂ ਪਹਿਲਾਂ ਕੀ ਕਰੂ, ਆਪਣੇ ਖਰਚਿਆਂ ਨੂੰ ਦੀ ਚੋਣ ਕਰ ਲੂਗਾ, ਚੂਜ਼ ਕਰ ਲੂਗਾ। ਐਂਡ ਮੈਕਸੀਮਾਈਜ਼ ਹਿਜ਼ ਯੂਟਿਲਿਟੀ ਵਿਦ ਦ ਗਿਵਨ ਇਨਕਮ ਐਂਡ ਦ ਗਿਵਨ ਪ੍ਰਾਈਸਿਸ ਆਫ ਗੁੱਡਸ ਐਂਡ ਸਰਵਿਸਿਜ਼। ਅਤੇ ਜਿੰਨੀਆਂ ਗੁੱਡਸ ਅਤੇ ਸਰਵਿਸਿਜ਼ ਦੀਆਂ ਪ੍ਰਾਈਸਿਸ ਨੇ ਉਹਨਾਂ ਦੇ ਅਕੋਰਡਿੰਗ ਆਪਣੀ ਜੋ ਉਹਦੀ ਇਨਕਮ ਹੈ ਉਹਦੇ ਨਾਲ ਵੱਧ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਕਰਨ ਦੇ ਲਈ ਆਪਣੇ ਖਰਚਿਆਂ ਦੀ ਚੋਣ ਕਰੂ ਅਤੇ ਉਹਨਾਂ ਖਰਚਿਆਂ 'ਤੇ ਹੀ ਖਰਚ ਕਰੂ ਜਿਹਦੇ ਨਾਲ ਉਹ ਵੱਧ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਕਰ ਸਕੇ, ਅਤੇ ਜਿਹੜੀ ਉਹਦੀ ਲਿਮਟ ਦੇ ਵਿੱਚ ਹੋਣ, ਉਹਦੀ ਇਨਕਮ ਦੇ ਅੰਡਰ ਹੋਣ ਖਰਚੇ, ਉਹਨਾਂ ਖਰਚਿਆਂ ਨੂੰ ਹੀ ਚੂਜ਼ ਕਰੂਗਾ। ਨੈਕਸਟ ਕੰਸੈਪਟ ਆਫ ਯੂਟਿਲਿਟੀ। ਯੂਟਿਲਿਟੀ ਕੀ ਹੈ? ਯੂਟਿਲਿਟੀ ਦਾ ਮੀਨਿੰਗ ਤੁਸ਼ਟੀ ਗੁਣ, ਕਿ ਸਾਨੂੰ ਕਿੰਨੀ ਸੈਟਿਸਫੈਕਸ਼ਨ ਹੁੰਦੀ ਹੈ। ਕੰਜ਼ੰਪਸ਼ਨ ਆਫ ਗੁੱਡਸ ਐਂਡ ਸਰਵਿਸਿਜ਼ ਲੀਡਸ ਟੂ ਸੈਟਿਸਫੈਕਸ਼ਨ ਆਫ ਹਿਊਮਨ ਵਾਂਟਸ, ਕਿ ਹਿਊਮਨ ਵਾਂਟਸ ਜੋ ਨੇ, ਮਨੁੱਖ ਦੀਆਂ ਵਾਂਟਸ ਨੇ, ਉਹਨਾਂ ਦੀ ਸੈਟਿਸਫੈਕਸ਼ਨ ਵਸਤੂਆਂ ਅਤੇ ਸੇਵਾਵਾਂ ਤੋਂ ਕਿਵੇਂ ਹੁੰਦੀ ਹੈ, ਵਸਤੂਆਂ ਸੇਵਾਵਾਂ ਦਾ ਉਪਭੋਗ ਕਰਨ ਦੇ ਨਾਲ ਕਿੰਨੀ ਸੈਟਿਸਫੈਕਸ਼ਨ ਹੁੰਦੀ ਹੈ, ਡੈਟ ਇਜ਼ ਕਾਲਡ ਯੂਟਿਲਿਟੀ। ਠੀਕ ਹੈ। ਜਿਵੇਂ ਸਪੋਜ਼ ਯੂ ਕੰਜ਼ਿਊਮ ਐ ਕੱਪ ਆਫ ਟੀ, ਤੁਸੀਂ ਇੱਕ ਕੱਪ ਆਫ ਟੀ ਕੰਜ਼ਿਊਮ ਕੀਤਾ ਐਂਡ ਯੂ ਗੈਟ ਸਮ ਸੈਟਿਸਫੈਕਸ਼ਨ, ਅਤੇ ਤੁਹਾਨੂੰ ਕੁਝ ਸੈਟਿਸਫੈਕਸ਼ਨ ਹੋਈ, ਦਿਸ ਸੈਟਿਸਫੈਕਸ਼ਨ ਇਜ਼ ਕਾਲਡ ਯੂਟਿਲਿਟੀ। ਠੀਕ ਹੈ। ਮੀਨਸ ਸਾਨੂੰ ਕਿਸੇ ਵਸਤੂ ਤੋਂ ਹੋਣ ਵਾਲੀ ਸੈਟਿਸਫੈਕਸ਼ਨ ਨੂੰ ਕੀ ਕਿਹਾ ਜਾਂਦਾ, ਯੂਟਿਲਿਟੀ ਕਿਹਾ ਜਾਂਦਾ। ਯੂਟਿਲਿਟੀ ਰੈਫਰਸ ਟੂ ਸੈਟਿਸਫੈਕਸ਼ਨ ਡਰਾਈਵਡ ਫਰੋਮ ਦ ਕੰਜ਼ੰਪਸ਼ਨ ਆਫ ਅ ਕਮੋਡਿਟੀ, ਜਾਂ ਯੂਟਿਲਿਟੀ ਰੈਫਰਸ ਟੂ ਵਾਂਟ ਸੈਟਿਸਫਾਈਂਗ ਪਾਵਰ ਆਫ ਕਮੋਡਿਟੀ। ਇੱਕ ਵਸਤੂ ਦੀ ਵਾਂਟ ਸੈਟਿਸਫਾਈਂਗ ਪਾਵਰ ਨੂੰ ਕੀ ਕਿਹਾ ਜਾਂਦਾ, ਯੂਟਿਲਿਟੀ ਕਿਹਾ ਜਾਂਦਾ। ਨੈਕਸਟ ਮੈਜ਼ਰਮੈਂਟ ਆਫ ਯੂਟਿਲਿਟੀ, ਕਾਰਡੀਨਲ ਨੰਬਰਸ ਐਂਡ ਆਰਡੀਨਲ ਨੰਬਰਸ। ਕਾਰਡੀਨਲ ਨੰਬਰਸ ਕੀ ਹੁੰਦੇ ਨੇ? ਕਾਰਡੀਨਲ ਨੰਬਰਸ ਜਿਹੜੇ ਹੁੰਦੇ ਨੇ ਕਿ ਮੀਨਸ ਅਸੀਂ ਕਿ ਜਿਹੜੀਆਂ ਟਰਮਸ ਦੇ ਜੋ ਵੀ ਚੀਜ਼ ਆ ਉਹਨੂੰ 1 2 3 4 ਦੇ ਵਿੱਚ ਮੈਜ਼ਰ ਕਰ ਸਕਦੇ ਆ। ਕਾਰਡੀਨਲ ਨੰਬਰਸ ਨੂੰ 1 2 3 4 'ਚ ਮੈਜ਼ਰ ਕਰ ਸਕਦੇ। ਆਰਡੀਨਲ ਨੰਬਰਸ ਕੀ ਹੁੰਦੇ, ਜਿਨ੍ਹਾਂ ਨੂੰ ਅਸੀਂ 1 2 3 ਦੇ ਵਿੱਚ ਮੈਜ਼ਰ ਨਹੀਂ ਕਰ ਸਕਦੇ, ਕੈਨ ਨਾਟ ਬੀ ਮੈਜ਼ਰਡ ਇਨ 1 2 3। ਆਰਡੀਨਲ ਨੰਬਰਸ ਨੂੰ ਅਸੀਂ 1 2 3 ਦੇ ਵਿੱਚ ਮੈਜ਼ਰ ਨਹੀਂ ਕਰ ਸਕਦੇ, ਬਟ ਕਾਰਡੀਨਲ ਨੰਬਰਸ ਨੂੰ 1 2 3 ਦੇ ਵਿੱਚ ਮੈਜ਼ਰ ਕਰ ਸਕਦੇ ਆ। ਜਿੱਦਾਂ ਆਪਣੀ ਯੂਟਿਲਿਟੀ ਆ, ਅਸੀਂ ਸੈਟਿਸਫੈਕਸ਼ਨ ਨੂੰ ਨਹੀਂ ਦੱਸ ਸਕਦੇ ਕਿ ਸਾਨੂੰ ਇੰਨੀ ਸੈਟਿਸਫੈਕਸ਼ਨ ਹੈ, ਸਾਨੂੰ ਇੰਨੀ ਭੁੱਖ ਲੱਗੀ ਹੈ, ਸਾਨੂੰ ਇੰਨੀ ਪਿਆਸ ਲੱਗੀ ਹੈ। ਅਸੀਂ ਆਪਣੀ ਫੀਲਿੰਗਸ ਨੂੰ ਐਕਸਪ੍ਰੈਸ ਨਹੀਂ ਕਰ ਸਕਦੇ ਇਨ ਦਾ ਟਰਮਸ ਆਫ ਨੰਬਰਸ। ਠੀਕ ਹੈ। ਸੋ ਇਹਦੇ ਲਈ 2 ਇਕੋਨਮਿਸਟ ਨੇ ਆਪਣੇ ਆਪਣੇ ਵਿਚਾਰ ਦਿੱਤੇ ਨੇ, ਇੱਕ ਹਿਕਸ ਨੇ, ਇੱਕ ਮਾਰਸ਼ਲ ਨੇ। ਹਿਕਸ ਕੀ ਕਹਿੰਦਾ ਕਿ ਅਸੀਂ ਕਾਰਡੀਨਲ ਨੰਬਰਸ ਦੇ ਵਿੱਚ ਆਪਣੀ ਸੈਟਿਸਫੈਕਸ਼ਨ ਨੂੰ ਸ਼ੋਅ ਕਰ ਸਕਦੇ ਹਾਂ, ਕੰਜ਼ਿਊਮਰ ਦੇ ਇਕੁਇਲਿਬਰੀਅਮ ਨੂੰ ਕਾਰਡੀਨਲ ਨੰਬਰਸ ਦੇ ਵਿੱਚ ਸ਼ੋਅ ਕਰ ਸਕਦੇ ਹਾਂ। ਠੀਕ ਹੈ। ਬਟ ਜੋ ਮਾਰਸ਼ਲ ਹੈ, ਹਿਕਸ ਹੈ, ਉਹ ਕੀ ਕਹਿੰਦਾ ਕਿ ਅਸੀਂ ਇਹਨੂੰ ਨਹੀਂ ਮਾਪ ਸਕਦੇ, ਉਹਦੇ ਲਈ ਸਾਨੂੰ ਇੱਕ ਅਲੱਗ ਤੋਂ ਕੋਈ ਮੈਜ਼ਰਮੈਂਟ ਚਾਹੀਦੀ ਹੈ। ਠੀਕ ਹੈ। ਬਟ ਜੋ ਮਾਰਸ਼ਲ ਆ ਉਹ ਕੀ ਕਹਿੰਦਾ ਕਿ ਅਸੀਂ ਇਹਨੂੰ ਮਾਪ ਸਕਦੇ ਹਾਂ, ਅਤੇ ਬਟ ਉਹਦੀ ਸਿਰਫ ਮੈਜ਼ਰਮੈਂਟ ਚੇਂਜ ਕਰਕੇ ਯੂਟਿਲਸ ਦੇ ਵਿੱਚ ਮੈਜ਼ਰ ਕਰ ਸਕਦੇ ਹਾਂ। ਠੀਕ ਹੈ। ਬਟ ਦੂਸਰੀ ਸਾਈਡ 'ਤੇ ਹਿਕਸ ਨੇ ਇਹਦੇ ਕੀ ਕੀਤੀ ਹੈ, ਕ੍ਰਿਟੀਸਾਈਜ਼ ਕੀਤਾ ਕਿ ਅਸੀਂ ਇਹਨੂੰ ਮੈਜ਼ਰ ਨਹੀਂ ਕਰ ਸਕਦੇ। ਠੀਕ ਹੈ। ਜਿੱਦਾਂ ਮਾਰਸ਼ਲ ਨੇ ਫਿਰ ਆਪਣੇ ਵਿਊ ਦੇ ਤੌਰ 'ਤੇ ਇਹ ਕਹਿਤਾ ਕਿ ਕਾਰਡੀਨਲ ਨੰਬਰਸ ਦੇ ਵਿੱਚ ਅਸੀਂ ਮਾਪ ਤਾਂ ਸਕਦੇ ਹਾਂ, ਬਟ ਉਹਦੀ ਯੂਨਿਟ ਚੇਂਜ ਕਰ ਦਾਂਗੇ। ਜਿੱਦਾਂ ਮੀਟਰ ਸੈਂਟੀਮੀਟਰ ਹੁੰਦਾ ਤਾਂ ਉਹਦੀ ਜਗ੍ਹਾ 'ਤੇ ਆਪਾਂ ਕੀ ਕਰ ਦਾਂਗੇ, ਉਹਦੇ ਯੂਟਿਲਸ ਲੈ ਲਾਂਗੇ। ਯੂਟਿਲ ਦੇ ਵਿੱਚ ਅਸੀਂ ਦੱਸਾਂਗੇ ਜਿੱਦਾਂ 2 ਯੂਟਿਲ ਸਾਨੂੰ ਸੈਟਿਸਫੈਕਸ਼ਨ ਹੋਈ ਆ, 3 ਯੂਟਿਲ ਹੋਈ ਆ, ਇੱਦਾਂ। ਨੈਕਸਟ ਡਾਇਗਰਾਮੈਟਿਕ ਪ੍ਰੈਜੈਂਟੇਸ਼ਨ ਆਫ ਮਲਟੀਪਲਾਇਰ ਪ੍ਰੋਸੈਸ, ਫॉरवर्ड वर्किंग प्रोसैस और बैकवर्ड वर्किंग ऑफ मल्टीप्लायर। फॉरवर्ड ਜਾਂ बैकवर्ड वर्किंग ਦੱਸਣੀ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਕਰਨੀ ਹੈ ਇਨਕਰੀਜ਼ ਇਨ ਇਨਵੈਸਟਮੈਂਟ ਮੀਨਸ ਫॉरवर्ड वर्किंग ऑफ ਮਲਟੀਪਲਾयर। ਠੀਕ ਹੈ। ਆਪਾਂ ਨੂੰ ਪਤਾ ਜੋ ਏਡੀ ਹੁੰਦੀ ਆ ਉਹ ਕਿਹਦੇ ਇਕੁਅਲ ਹੁੰਦੀ ਹੈ, ਸੀ ਪਲੱਸ ਆਈ ਦੇ, ਔਰ ਏਐਸ ਕਿਹਦੇ ਇਕੁਅਲ ਹੁੰਦੀ ਹੈ, ਸੀ ਪਲੱਸ ਐਸ ਦੇ। ਠੀਕ ਹੈ। ਤਾਂ ਸਭ ਤੋਂ ਪਹਿਲਾਂ ਫਸਟ ਐਗਜ਼ਾਮਪਲ ਹੈ, ਇਫ ਦ ਵੈਲਿਊ ਆਫ ਕੇ ਇਕੁਅਲਸ ਟੂ 2 ਐਂਡ ਇਨਵੈਸਟਮੈਂਟ ਇਜ਼ ਇਨਕਰੀਜ਼ਡ ਬਾਈ 200 रुपीज़। ਜਦੋਂ ਮਲਟੀਪਲਾਇਰ ਕਿੰਨਾ 2 ਆ ਔਰ ਇਨਵੈਸਟਮੈਂਟ ਕਿੰਨੀ ਕੀਤੀ ਜਾਂਦੀ ਆ, ਬਾਈ 200।
वट विल बी द इंक्रीज और डिक्रीज इन इनकम, तो इनकम च की डिक्रीज होगा या इंक्रीज होगा, तो अपन पता की किहदे इक्वल है, चेंज इन वाई अपॉन चेंज इन आई, तो की कितना गिवन है 2, चेंज इन वाई गिवन नहीं हैगा, तो चेंज इन आई कितना 200, तो 2 मल्टीप्लाई 200 चेंज इन वाई कितना आ गया 400 रुपीज़, चेंज इन वाई आ गया 400 रुपीज़। तो जो इन्हों डायग्रामेटिक प्रेजेंटेशन करनी है तो सब तो पहला एक्स एक्सिस से इनपुट आउटपुट एंड इंप्लॉयमेंट ले लेना है, और इधर की ले लेना है एग्रीगेट डिमांड ए डी की इक्वल सी प्लस आई दी। ई एस की होंगी है 45 डिग्री के एंगल तो बनती है, क्योंकि 0 तो स्टार्ट होती है और इंक्रीज होती जाती है, तो ए एस कब होगी बिल्कुल सेंटर तो 45 डिग्री के एंगल थी, ए डी 0 तो ना स्टार्ट होगी ऊपर तो स्टार्ट, क्योंकि चाहे साड़ी इनकम है नहीं है तो भी आप कंजम्पशन करते हैं, तो इस करके ए डी का ऊपर तो स्टार्ट होए, जिथे ए डी ने ए एस कट किया ई पॉइंट से वो की हो गया इक्विलिब्रियम पॉइंट, इनिशियल इन्वेस्टमेंट होगी कि इन्नी इन्वेस्टमेंट की है। उस तो बाद जो साडा मल्टीप्लायर 2 है, मल्टीप्लायर होने के नाल इनकम च की होया इंक्रीज होया, तो जो इनकम च इंक्रीज होगा तो जो अपनी ए डी कर्व है उपर नूं शिफ्ट करूगी, डिमांड बढ़ गई डिमांड, ठीक है, जो डिमांड वधी तो ये उपर नूं शिफ्ट की तो ए डी तो ए डी 1 बन गई, ठीक है, तो इनिशियल इन्वेस्टमेंट कितने पहुँच गई, हुण ई 1 ते इन्वेस्टमेंट पहुँच गई, जो डिमांड इंक्रीज हुई तो इन्वेस्टमेंट भी इंक्रीज होकर ई तो ई 1 होगी, तो असी ई तो ई 1 वाल गए उपर नूं शिफ्ट किए, तां करके फॉरवर्ड एक्शन होया, दिस इज़ फॉरवर्ड एक्शन, ठीक है। नैक्सट बैकवर्ड एक्शन और डिक्रीज इन इन्वेस्टमेंट, जो बैकवर्ड एक्शन करना या डिक्रीज इन इन्वेस्टमेंट है, डिक्रीज इन इन्वेस्टमेंट की है कि इफ द वैल्यू ऑफ के इक्वल्स टू 2 द एडिशनल इन्वेस्टमेंट इज इंक्रीज बाय 200 करोड़, वट इज द वैल्यू ऑफ इंक्रीज और डिक्रीज इन इनकम। देखो के की इक्वल है चेंज इन वाई अपॉन चेंज इन आई, के इक्वल्स टू 2, ठीक है, और चेंज इन वाई पता नहीं कि अपने को जो एडिशनल इन्वेस्टमेंट वो डिक्रीज हुई है तो माइनस द 200 आऊगा, 2 मल्टीप्लाई माइनस द 200 कितना हो गया चेंज इन वाई माइनस 400 रुपीज़, ठीक है। हम जो डायग्रामेटिक प्रेजेंटेशन है तो वो इनकम आउटपुट तो इंप्लॉयमेंट एक्स एक्सिस से वाई एक्सिस से एग्रीगेट डिमांड ले ली, उस तो बाद ए डी आ कर्व है, ठीक है, इनिशियल इन्वेस्टमेंट कर्व है, और ए एस 45 डिग्री से एग्रीगेट सप्लाई कर्व है, ई पॉइंट से कट किया, बट इनकम हम डिक्रीज हुई है तो असी डाउनवर्ड शिफ्टिंग होगी, जो डाउनवर्ड शिफ्टिंग होगी तो ए डी की हो जूगी ए डी 2 बन जूगी, तो ई पॉइंट तो असी इक्विलिब्रियम ई 2 ते आ गई, तो ये बैकवर्ड चल गई, ठीक है, इनकम इंक्रीज होने की बजाय डिक्रीज हो गई तो वो की होया सी बैकवर्ड हो गई, तो ई तो ई 2 वाल आ गई, ठीक है। नैक्सट न्यूमेरिकल कैलकुलेट ए डी ए एस सेविंग एंड डिटरमाइन द लैवल ऑफ इक्विलिब्रियम इफ इन्वेस्टमेंट इज़ फिक्सड एट ₹200, जो इन्वेस्टमेंट 200 रुपीज़ है तो ए डी फाइंड करनी है, ए एस फाइंड करनी है एंड सेविंग फाइंड करनी है। तो वो देखो सब तो पहला अपन जिदा इनकम गिवन है 0 200 400 600 800 1000, कंजम्पशन गिवन है 100 200 300 400 500 600, तो जो इन्वेस्टमेंट गिवन सी वो कितनी है फिक्सड इन्वेस्टमेंट मीनस सारे जिन्ने भी अपनी इनकम जिन्ना भी लैवल चेंज होता जाऊगा बट अपनी इन्वेस्टमेंट की रहेगी फिक्स, इस करके 200 की होगी इन्वेस्टमेंट होगी जी कि बिल्कुल फिक्स है एट द लैवल ऑफ डिफरेंट इनकम। नैक्सट जो आप सेविंग फाइंड करनी होंगी तो कि फाइंड करते हैं इनकम के कंजम्पशन माइनस करके, इनकम माइनस कंजम्पशन, तो 0 माइनस 100 कितनी आ गई -100, 200 माइनस 200 0, 400 माइनस 300 100, 600 माइनस 400 200, नैक्सट 300, नैक्सट 400। हूँ नैक्सट अपन पता ए डी फाइंड करनी है, ए डी का की फॉर्मूला सी प्लस आई कि कंजम्पशन इन्वेस्टमेंट प्लस कर दो, तो कंजम्पशन पहला कितनी है 100 प्लस 200 कितनी आ गई 300, नैक्सट 400, 300 प्लस 200 500, 400 प्लस 200 600, नैक्सट 700, नैक्सट 800। उस तो बाद ए एस कि फाइंड होगी कंजम्पशन प्लस सेविंग, सी एस प्लस करा, सी प्लस एस कि आ गया 100 प्लस का तो सेविंग माइनस 100 तो कितनी आ गई 0, नैक्सट 200 प्लस 0 200, 300 प्लस 100 400, 400 प्लस 200 600, नैक्सट 500 प्लस 300 800, नैक्सट 600 प्लस 400 1000, ठीक है। इदा तुसी ए डी ए एस सेविंग और इन्वेस्टमेंट फाइंड कर सकते हो। गुड मॉर्निंग स्टूडेंट्स, टुडे वी डू टोटल यूटिलिटी एंड मार्जिनल यूटिलिटी, मीनिंग ऑफ टोटल यूटिलिटी एंड मार्जिनल यूटिलिटी।
कि टोटल यूटिलिटी की होंगी है। टोटल यूटिलिटी की है कुल तुष्टिगुण, सम टोटल यूटिलिटी derived from the consumption of the different units of a commodity is called total utility। कि एक जो अपनी commodity है ਜਦੋਂ ਅਸੀਂ ਉਹਨੂੰ different ਉਹਦੀਆਂ units use ਕਰਦੇ ਹਾਂ ਤਾਂ ਉਹ different units ਨੂੰ use ਕਰਨ ਦੇ ਨਾਲ ਸਾਨੂੰ ਜੋ ਸੈਟਿਸਫੈਕਸ਼ਨ ਹੁੰਦੀ ਹੈ, ਇੱਕ ਯੂਨਿਟ ਤੋਂ ਕਿੰਨੀ ਸੈਟਿਸਫੈਕਸ਼ਨ ਹੋਈ, ਫਿਰ ਦੂਸਰੀ ਯੂਨਿਟ ਤੋਂ ਕਿੰਨੀ ਸੈਟਿਸਫੈਕਸ਼ਨ ਹੋਈ, ਫਿਰ ਤੀਸਰੀ ਤੋਂ ਕਿੰਨੀ ਹੈ, ਫਿਰ ਫੋਰਥ ਤੋਂ ਕਿੰਨੀ ਹੈ, ਫਿਫਥ ਤੋਂ, ਉਹਨਾਂ ਸਾਰੀਆਂ ਦੇ ਪਲੱਸ ਨੂੰ ਕੀ ਕਿਹਾ ਜਾਊਗਾ, ਟੋਟਲ ਯੂਟਿਲਿਟੀ। ਠੀਕ ਹੈ, ਜਿੱਦਾਂ ਤੁਸੀਂ ਫਸਟ ਬ੍ਰੈਡ ਖਾਧਾ ਤਾਂ ਉਹ ਤੋਂ 10 ਯੂਟਿਲਸ ਹੋਈ, ਅਤੇ ਜਦੋਂ ਸੈਕਿੰਡ ਖਾਧਾ ਤਾਂ ਉਹ ਤੋਂ 9 ਯੂਟਿਲ ਹੋਈ ਸੈਟਿਸਫੈਕਸ਼ਨ, ਤਾਂ ਦੋਨਾਂ ਟੋਟਲ ਯੂਟਿਲਿਟੀ ਜਦੋਂ ਦੱਸਣੀ ਹੈ ਤਾਂ 10 + 9 19 ਯੂਟਿਲਸ ਹੋਊਗੀ। ਠੀਕ ਹੈ, ਸਮਝ ਲੱਗੇ। ਨੈਕਸਟ ਹੈਗਾ ਮਾਰਜਨਲ ਯੂਟਿਲਿਟੀ। ਮਾਰਜਨਲ ਯੂਟਿਲਿਟੀ ਦੇ ਵਿੱਚ ਕੀ ਹੈ ਕਿ ਜਦੋਂ ਆਪਾਂ ਇੱਕ ਫਸਟ ਯੂਨਿਟ ਤੋਂ ਬਾਅਦ ਸੈਕਿੰਡ ਯੂਨਿਟ ਯੂਜ਼ ਕਰਦੇ ਹਾਂ ਉਦੋਂ ਸੈਟਿਸਫੈਕਸ਼ਨ ਦੇ ਵਿੱਚ ਕਿੰਨਾ ਚੇਂਜ ਆਉਂਦਾ, ਜੋ ਚੇਂਜ ਆਊਗਾ ਉਹ ਕੀ ਹੋਊਗੀ, ਮਾਰਜਨਲ ਯੂਟਿਲਿਟੀ। ਜਿੰਨਾ ਚੇਂਜ ਆਇਆ ਡੈਟ ਇਜ਼ ਕਾਲਡ ਮਾਰਜਨਲ ਯੂਟਿਲਿਟੀ। ਦੇਖੋ ਜਿੱਦਾਂ ਫਸਟ ਤੋਂ ਤੁਹਾਨੂੰ 10 ਯੂਟਿਲ ਹੋਈ ਸੀ ਅਤੇ ਸੈਕਿੰਡ ਤੋਂ ਕਿੰਨੀ ਹੋਈ ਸੀ 9। ਠੀਕ ਹੈ, ਤਾਂ ਇਹਨਾਂ ਦੋਨਾਂ 'ਚ ਕਿੰਨਾ ਚੇਂਜ ਆਇਆ, -1 ਦਾ, ਤਾਂ -1 ਕੀ ਹੋਗੀ, ਮਾਰਜਨਲ ਯੂਟਿਲਿਟੀ ਹੋਗੀ। ਠੀਕ ਹੈ, ਜਿੱਦਾਂ ਫਸਟ ਤੋਂ ਹੋਈ 15, ਠੀਕ ਹੈ, ਸੈਕਿੰਡ ਤੋਂ ਹੋਈ 25, ਤਾਂ ਦੋਨਾਂ ਦੇ ਡਿਫਰੈਂਸ ਨੂੰ ਕਿੰਨਾ ਆ ਗਿਆ, 10 ਯੂਟਿਲਸ। ਠੀਕ ਹੈ, ਨੈਕਸਟ ਜੋ ਮਾਰਜਨਲ ਯੂਟਿਲਿਟੀ ਹੁੰਦੀ ਹੈ ਉਹ 3 ਟਾਈਪਸ ਦੀ ਹੁੰਦੀ ਹੈ, ਪੋਜ਼ੀਟਿਵ ਮਾਰਜਨਲ ਯੂਟਿਲਿਟੀ, ਜ਼ੀਰੋ ਮਾਰਜਨਲ ਯੂਟਿਲਿਟੀ ਐਂਡ ਨੈਗੇਟਿਵ ਮਾਰਜਨਲ ਯੂਟਿਲਿਟੀ। ਫਸਟ ਪੋਜ਼ੀਟਿਵ ਮਾਰਜਨਲ ਯੂਟਿਲਿਟੀ। ਪੋਜ਼ੀਟਿਵ ਮਾਰਜਨਲ ਯੂਟਿਲਿਟੀ ਉਹ ਮਾਰਜਨਲ ਯੂਟਿਲਿਟੀ ਹੈ ਜਦੋਂ ਆਪਾਂ ਚੀਜ਼ਾਂ ਨੂੰ ਕੰਜ਼ਿਊਮ ਕਰਦੇ ਹਾਂ, ਚੀਜ਼ਾਂ ਨੂੰ ਕੰਜ਼ਿਊਮ ਕਰਨ ਦੇ ਨਾਲ ਫਸਟ ਤੋਂ ਜੋ ਯੂਟਿਲਿਟੀ ਹੋਊਗੀ, ਸੈਕਿੰਡ ਤੋਂ ਹੋਊਗੀ, ਥਰਡ ਤੋਂ, ਉਹਨਾਂ ਦਾ ਜੋ ਗੈਪ ਹੋਊਗਾ, ਜੋ ਡਿਫਰੈਂਸ ਹੋਊਗਾ ਉਹ ਸਾਰਾ ਪੋਜ਼ੀਟਿਵ ਆਵੇ। ਠੀਕ ਹੈ, ਜਦੋਂ ਪੋਜ਼ੀਟਿਵ ਆਊਗਾ ਤਾਂ ਉਹ ਕੀ ਹੋਊਗੀ, ਪੋਜ਼ੀਟਿਵ ਮਾਰਜਨਲ ਯੂਟਿਲਿਟੀ। ਠੀਕ ਹੈ, ਨੈਕਸਟ ਹੈਗਾ ਜੀ ਜ਼ੀਰੋ ਮਾਰਜਨ। ਜ਼ੀਰੋ ਮਾਰਜਨ ਯੂਟਿਲਿਟੀ ਕਿ ਤੁਹਾਨੂੰ ਕੋਈ ਚੇਂਜ ਨਹੀਂ ਆਉਂਦਾ ਤੁਹਾਡੀ ਯੂਟਿਲਿਟੀ ਦੇ ਵਿੱਚ। ਜਦੋਂ ਤੁਸੀਂ ਫਸਟ ਬ੍ਰੈਡ ਖਾਧੀ, ਜਿੱਦਾਂ ਐਗਜ਼ਾਮਪਲ ਹੈ ਕਿ ਤੁਸੀਂ ਫਸਟ ਖਾਧੀ ਉੱਤੋਂ 20 ਯੂਟਿਲ ਹੋਈ, ਸੈਕਿੰਡ ਖਾਧੀ ਤਾਂ 18 ਹੋਈ, ਥਰਡ ਖਾਧੀ ਤਾਂ 16 ਹੋਈ ਜਾਂ 14 ਹੋ ਗਈ। ਠੀਕ ਹੈ, ਅਤੇ ਫੋਰਥ ਖਾਧੀ ਤਾਂ ਤੁਹਾਡੀ ਹੋ ਗਈ 12। ਠੀਕ ਹੈ, ਅਤੇ ਇਸ ਤਰੀਕੇ ਨਾਲ ਮੰਨ ਲਓ ਜਦੋਂ ਤੁਸੀਂ ਫਿਫਥ ਖਾਧੀ ਤਾਂ ਵੀ 12 ਹੀ ਰਹੀ, ਜਦੋਂ 12 ਸੇਮ ਰਹਿ ਗਈ ਸੈਟਿਸਫੈਕਸ਼ਨ ਤਾਂ ਉਹ ਕਿਹੜੀ ਹੋਊਗੀ, ਜ਼ੀਰੋ ਮਾਰਜਨਲ ਯੂਟਿਲਿਟੀ, ਮੀਨਸ ਕੋਈ ਚੇਂਜ ਨਹੀਂ ਆਇਆ। ਜਦੋਂ ਤੁਹਾਡਾ ਡਿਫਰੈਂਸ ਪੋਜ਼ੀਟਿਵ ਰਹੂਗਾ ਤਾਂ ਉਹ ਪੋਜ਼ੀਟਿਵ ਮਾਰਜਨਲ ਯੂਟਿਲਿਟੀ ਹੋਊਗੀ, ਜਦੋਂ ਤੁਹਾਡਾ ਜ਼ੀਰੋ ਕੋਈ ਚੇਂਜ ਨਹੀਂ ਆਊਗਾ ਤਾਂ ਉਹ ਜ਼ੀਰੋ ਮਾਰਜਨਲ ਯੂਟਿਲਿਟੀ। ਨੈਗੇਟਿਵ ਜਦੋਂ ਤੁਹਾਡੀ ਨੈਕਸਟ ਹੈਗੀ ਥਰਡ ਨੈਗੇਟਿਵ ਮਾਰਜਨਲ ਯੂਟਿਲਿਟੀ। ਨੈਗੇਟਿਵ ਮਾਰਜਨਲ ਯੂਟਿਲਿਟੀ ਕੀ ਹੈ ਕਿ ਜਦੋਂ ਤੁਸੀਂ ਜੋ ਕੰਜ਼ੰਪਸ਼ਨ ਕਰਦੇ ਹੋ, ਮੀਨਸ ਜਦੋਂ ਜ਼ੀਰੋ ਹੋ ਗਈ ਮਾਰਜਨਲ ਯੂਟਿਲਿਟੀ, ਉਸ ਤੋਂ ਬਾਅਦ ਤੁਸੀਂ ਹੋਰ ਚੀਜ਼ਾਂ ਨੂੰ ਕੰਜ਼ਿਊਮ ਕਰੋਗੇ ਤਾਂ ਉਹਦੇ ਨਾਲ ਤੁਹਾਡੀ ਮਾਰਜਨਲ ਯੂਟਿਲਿਟੀ ਜਿਹੜੀ ਪਹਿਲਾਂ ਪੋਜ਼ੀਟਿਵ 'ਚ ਸੀਗੀ ਜਾਂ ਜ਼ੀਰੋ ਹੋਈ ਸੀ ਉਹ ਨੈਗੇਟਿਵਿਟੀ ਚੱਲ ਜੂਗੀ ਤਾਂ ਨੈਗੇਟਿਵ ਹੋ ਜੂਗੀ। ਠੀਕ ਹੈ, ਨੈਕਸਟ TU ਔਰ MU ਨੂੰ ਕਿੱਦਾਂ ਫਾਈਂਡ ਕਰ ਸਕਦੇ ਹਾਂ, ਜਾਂ ਇਹ ਦੋਨਾਂ ਦਾ ਆਪਸ 'ਚ ਕੀ ਰਿਲੇਸ਼ਨ ਹੈ ਉਹ ਕਰਨਾ। ਪਹਿਲਾਂ ਆਪਾਂ ਕਮੋਡਿਟੀ ਲਈ ਐਕਸ ਕਮੋਡਿਟੀ ਲੈ ਲਈ, ਉਹਦੀ ਫਸਟ ਯੂਨਿਟ ਲੈ ਲਈ, ਸੈਕਿੰਡ ਯੂਨਿਟ ਲੈ ਲਈ, ਥਰਡ ਯੂਨਿਟ ਲੈ ਲਈ, ਫੋਰਥ ਲੈ ਲਈ, ਫਿਫਥ ਲੈ ਲਈ। ਠੀਕ ਹੈ, ਉਸ ਤੋਂ ਨੈਕਸਟ ਜਦੋਂ ਤੁਸੀਂ TUX ਲਿਆ, ਟੋਟਲ ਯੂਟਿਲਿਟੀ ਲਈ, ਉਹਦੇ ਤੋਂ ਟੋਟਲ ਯੂਟਿਲਿਟੀ ਫਸਟ ਤੋਂ ਮੰਨ ਲਓ 100 ਹੋਈ, ਸੈਕਿੰਡ ਤੋਂ 190 ਹੋਈ, ਥਰਡ ਤੋਂ 270 ਹੋਈ, ਫੋਰਥ ਤੋਂ 340 ਹੋਈ, ਫਿਫਥ ਤੋਂ 400 ਹੋ ਗਈ। ਠੀਕ ਹੈ, ਅਤੇ ਜਦੋਂ ਹੁਣ ਤੁਸੀਂ ਚੇਂਜ ਕਰਨਾ ਤਾਂ ਚੇਂਜ ਕਿੰਨਾ ਹੋਊਗਾ, ਫਸਟ ਨੂੰ ਤੁਸੀਂ 100 ਹੀ ਲੈਟ ਕਰ ਲੈਣਾ, ਫਿਰ ਨੈਕਸਟ 190 ਚੋਂ 100 ਮਾਈਨਸ ਕੀਤੇ 90 ਆ ਗਿਆ, 270 ਚੋਂ 190 ਮਾਈਨਸ ਕੀਤੇ 80 ਆ ਗਿਆ, 340 ਚੋਂ 270 ਮਾਈਨਸ ਕੀਤੇ 70 ਆ ਗਿਆ, 400 ਚੋਂ 340 ਮਾਈਨਸ ਕੀਤੇ ਤਾਂ 60 ਆ ਗਿਆ। ਤਾਂ ਮਾਰਜਨਲ ਯੂਟਿਲਿਟੀ ਡਿਕਰੀਜ਼ ਹੁੰਦੀ ਪਈ ਹੈ, ਬਟ ਕਿਵੇਂ ਆ, ਇਹ ਪੋਜ਼ੀਟਿਵ ਹੈ। ਟੋਟਲ ਯੂਟਿਲਿਟੀ ਇਨਕਰੀਜ਼ ਹੁੰਦੀ ਪਈ ਹੈ ਵਿਦ ਡਿਕਰੀਜ਼ਿੰਗ ਰੇਟ ਦੇ ਨਾਲ। ਠੀਕ ਹੈ, ਤਾਂ ਜਦੋਂ ਤੁਸੀਂ ਇਹਦੀ ਡਾਇਗਰਾਮ ਬਣਾਓਗੇ ਤਾਂ ਕਿਵੇਂ ਹੋਊਗੀ, ਪਹਿਲਾਂ ਤੁਸੀਂ ਐਕਸ ਐਕਸਿਸ 'ਤੇ ਕੰਜ਼ੰਪਸ਼ਨ ਆਫ ਕਮੋਡਿਟੀ ਐਕਸ ਲੈ ਲੈਣੀ ਹੈ ਅਤੇ ਇੱਧਰ TUX ਅਤੇ MUX। ਫਿਰ ਪਹਿਲਾਂ ਤੁਸੀਂ ਕਮੋਡਿਟੀ ਕੰਜ਼ੰਪਸ਼ਨ ਦੇ ਨਾਲ ਟੋਟਲ ਯੂਟਿਲਿਟੀ ਕਰਵ ਬਣਾਉਣੀ ਹੈ, ਫਿਰ ਉਹਦੇ ਨਾਲ ਮਾਰਜਨਲ ਯੂਟਿਲਿਟੀ ਕਰਵ ਬਣਾਉਣਾ। ਜਦੋਂ ਤੁਸੀਂ ਟੋਟਲ ਯੂਟਿਲਿਟੀ ਕਰਵ ਬਣਾਉਣੀ ਹੈ ਤਾਂ ਉਹਦੇ ਲਈ ਕੀ ਕਰਨਾ, ਜਦੋਂ 1 ਆਪਾਂ ਯੂਨਿਟ ਯੂਜ਼ ਕੀਤੀ ਹੈ, 1 ਯੂਨਿਟ 'ਤੇ ਕਿੰਨੀ ਆ 100 ਟੋਟਲ ਯੂਟਿਲਿਟੀ। ਠੀਕ ਹੈ, ਸੈਕਿੰਡ 'ਤੇ ਕਿੰਨੀ ਆ 190, ਥਰਡ 'ਤੇ ਕਿੰਨੀ ਆ 270, ਫੋਰਥ 'ਤੇ ਕਿੰਨੀ ਆ 340, ਫਿਫਥ 'ਤੇ ਕਿੰਨੀ ਆ 400। ਠੀਕ ਹੈ, ਪਰ ਜਦੋਂ ਉੱਧਰੋਂ ਤੁਸੀਂ ਮਾਰਜਨਲ ਯੂਟਿਲਿਟੀ ਕਰਨੀ ਹੈ ਤਾਂ ਇਹ ਤਾਂ ਤੁਹਾਡੀ ਟੋਟਲ ਯੂਟਿਲਿਟੀ ਕਰਵ ਹੋ ਗਈ। ਮਾਰਜਨਲ ਫਸਟ 'ਤੇ ਕਿੰਨੀ ਆ 100, ਸੈਕਿੰਡ 'ਤੇ ਕਿੰਨੀ ਆ 90, ਥਰਡ 'ਤੇ 80, ਫੋਰਥ 'ਤੇ 70, ਫਿਫਥ 'ਤੇ 60, ਇਹ ਤੁਹਾਡੀ ਮਾਰਜਨਲ ਯੂਟਿਲਿਟੀ। ਯਾਨੀ ਟੋਟਲ ਯੂਟਿਲਿਟੀ ਕਰਵ ਕੀ ਆ, ਡਾਊਨ ਟੂ ਅਪ ਜਾਂਦੀ ਪਈ ਹੈ, ਉਸ ਤੋਂ ਬਾਅਦ ਜੋ ਮਾਰਜਨਲ ਯੂਟਿਲਿਟੀ ਹੈ ਅਪ ਟੂ ਡਾਊਨ ਜਾਂਦੀ ਪਈ ਹੈ। ਠੀਕ ਹੈ, ਅਤੇ ਇਸ ਤੋਂ ਬਾਅਦ ਰਿਲੇਸ਼ਨ ਜਦੋਂ ਕਰਨਾ, ਰਿਲੇਸ਼ਨ ਬਿਟਵੀਨ ਟੋਟਲ ਯੂਟਿਲਿਟੀ ਐਂਡ ਮਾਰਜਨਲ ਯੂਟਿਲਿਟੀ, ਰਿਲੇਸ਼ਨ ਦੇ ਵਿੱਚ ਵੀ ਸੇਮ ਇੱਦਾਂ ਕੁਆਂਟਿਟੀ ਲੈ ਲੈਣੀ ਹੈ, ਟੋਟਲ ਯੂਟਿਲਿਟੀ ਲੈ ਲੈਣੀ ਹੈ ਪਹਿਲਾਂ 0 1 2 3 4 5 6 7,
6 ਲੈ ਲਿਆ ਆਪਾਂ, 0 ਤੇ ਟੋਟਲ यूटिलिटी 0 ਹੋਈ क्योंकि कोई भी कंज्यूम नहीं की चीज़ का यूटिलिटी कुछ नहीं होगी। फस्ट जो फस्ट यूनिट की तो कितनी हुई 8, सैकेंड की तो 14, थर्ड की तो 18, फोर्थ की तो 20, फिफ्थ की 20, सिक्स की तो 18। तो जो मार्जिन यूटिलिटी हुई वो कितनी हुई, फस्ट ब्लैंक है, फिर 8 माइनस 0 8, 14 माइनस 8 6, 18 माइनस 14 4, 20 माइनस 18 2, 20 माइनस 20 0 और 18 माइनस 20 माइनस 2। ठीक है, तो ये होगी ਮਾਰਜਨ ਯੂਟਿਲਿਟੀ। ਹੁਣ ਇਹਨਾਂ 'ਚ ਰਿਲੇਸ਼ਨ ਕੀ ਹੋਊਗਾ ਕਿ ਆਪਾਂ ਕੀ ਕਹਿ ਸਕਦੇ ਹਾਂ ਕਿ ਜਿਵੇਂ ਜਿਵੇਂ ਟੋਟਲ ਯੂਟਿਲਿਟੀ ਇਨਕਰੀਜ਼ ਹੁੰਦੀ ਆ ਤਾਂ ਮਾਰਜਨ ਯੂਟਿਲਿਟੀ ਕੀ ਹੁੰਦੀ ਆ, ਡਿਕਰੀਜ਼ ਹੁੰਦੀ ਆ, ਬਟ ਪੋਜ਼ੀਟਿਵ ਰਹਿੰਦੀ ਆ। ਅਤੇ ਨਾਲ ਦੀ ਨਾਲ ਜਿਹੜੀ ਟੋਟਲ ਯੂਟਿਲਿਟੀ ਇਨਕਰੀਜ਼ ਹੁੰਦੀ ਆ ਉਹ ਡਿਕਰੀਜ਼ਿੰਗ ਰੇਟ ਦੇ ਨਾਲ ਇਨਕਰੀਜ਼ ਹੁੰਦੀ ਆ। ਠੀਕ ਹੈ, ਉਹ ਕਿਹੜੀ ਰੇਟ ਦੇ ਨਾਲ ਹੁੰਦੀ ਆ, ਡਿਕਰੀਜ਼ਿੰਗ ਰੇਟ ਦੇ ਨਾਲ। ਉਸ ਤੋਂ ਬਾਅਦ ਜਦੋਂ ਟੋਟਲ ਯੂਟਿਲਿਟੀ ਕੌਨਸਟੈਂਟ ਹੋ ਜਾਂਦੀ ਹੈ ਤਾਂ ਮਾਰਜਨਲ ਯੂਟਿਲਿਟੀ ਕੀ ਬਣ ਜਾਂਦੀ ਹੈ, ਨੈਗੇਟਿਵ। फिर उस तो बाद जो टोटल यूटिलिटी घटन लग जाती है होर टर्म्स कंज्यूम करन दे, होर यूनिट्स कंज्यूम करन दे नाल तां जो मार्जिनल यूटिलिटी है वो की हो जाती है, नैगेटिव हो जाती है। ठीक है,